ਇੱਕ ਸ਼ਬਦ ਗੁਰਮੁਖ ਪਿਆਰੇ ਨੇ ਭੇਜਿਆ ਹੈ। ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨ ਜਾਨਾ। ਲੋਕ ਪਤੀਣੇ ਕਛੂ ਨ ਹੋਵੈ, ਨਾਹੀ ਰਾਮ ਇਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਰਹਾਉ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਾਵੈ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵਹਿ। ਮਨੋਂ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਇਹ ਕਬੀਰ ਜੀ ਦਾ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਵਾਸਤਵਿਕ ਦੇ ਵਿੱਚ ਪਰਮਾਰਥ ਦੀ ਖੋਜ ਵਿੱਚ ਲੱਗੇ ਹੋਏ ਹਨ, ਜਾਂ ਇਉਂ ਕਹਿ ਲਈਏ ਵੀ ਜੋ ਵਾਸਤਵਿਕ ਦੇ ਵਿੱਚ ਧਰਮ ਹੈ, ਪਰਮਾਤਮਾ ਦੀ ਪ੍ਰਾਪਤੀ, ਉਹਨਾਂ ਧਾਰਮਿਕਾਂ ਵਾਸਤੇ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ। ਕਿਉਂਕਿ ਕਬੀਰ ਜੀ ਨਾ ਤਾਂ ਹਿੰਦੂਆਂ ਵਾਸਤੇ ਕੁਝ ਕਹਿ ਰਹੇ ਹਨ, ਨਾ ਮੁਸਲਮਾਨਾਂ ਵਾਸਤੇ ਉਪਦੇਸ਼ ਹੈ, ਨਾ ਈਸਾਈਆਂ ਵਾਸਤੇ ਹੈ, ਤੇ ਸਿੱਖ ਤੇ ਉਦੋਂ ਸਨ ਨਹੀਂ। ਤੇ ਸ਼ੁੱਧ ਨਿਰੋਲ ਉਪਦੇਸ਼ ਮਨੁੱਖਤਾ ਵਾਸਤੇ, ਜਿਵੇਂ ਬਾਬਾ ਨਾਨਕ ਜੀ ਨੇ ਦਿੱਤਾ ਹੈ ਨਾ, ਚਹੁ ਵਰਨਾ ਕੋ ਉਪਦੇਸ਼, ਕਿਸੇ ਇੱਕ ਨੂੰ ਨਹੀਂ ਦਿੱਤਾ ਹੈ। ਇਵੇਂ ਹੀ ਕਬੀਰ ਜੀ ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ। ਜਿਵੇਂ ਡਾਕਟਰ ਹੁੰਦਾ ਹੈ ਨਾ ਵਾਸਤਵਿਕ ਦੇ ਵਿੱਚ, ਉਹ ਪੁੱਛਦਾ ਨਹੀਂ ਹੈ ਤੂੰ ਕਿਹੜੀ ਜਾਤੀ ਦਾ ਹੈ, ਤੇ ਫਿਰ ਮੈਂ ਤੇਰਾ ਇਲਾਜ ਕਰਦਾ ਹਾਂ, ਨਹੀਂ, ਉਹ ਇਲਾਜ ਦੱਸਦਾ ਹੈ, ਦਵਾ ਦਿੰਦਾ ਹੈ, ਦਾਰੂ ਦਿੰਦਾ ਹੈ। ਇਵੇਂ ਹੀ ਪਰਮ ਪੁਰਖ ਹਨ, ਉਹ ਕਿਸੇ ਇੱਕ ਵਾਸਤੇ ਨਹੀਂ ਬੋਲਦੇ, ਇੱਕ ਧਾਰਮਿਕ ਵਾਸਤੇ ਨਹੀਂ ਬੋਲਦੇ, ਉਹ ਮਨੁੱਖਤਾ ਵਾਸਤੇ। ਤੇ ਇਸ ਸ਼ਬਦ ਵਿੱਚ ਜੋ ਮੂਲ ਰਹਾਉ ਵਾਲੀਆਂ ਪੰਗਤੀਆਂ ਹਨ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕੇਂਦਰੀ ਭਾਵ ਹੈ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸ਼ੁਰੂਆਤੀ ਪੰਕਤੀਆਂ ਵਿੱਚ ਕਹਿ ਰਹੇ ਸਨ ਕਬੀਰ ਜੀ ਵੀ ਅੰਦਰ ਅਗਰ ਮੈਲ ਹੋਵੇ ਤੇ ਤੀਰਥਾਂ ਤੇ ਆਦਮੀ ਇਸ਼ਨਾਨ ਕਰੇ ਤੋ ਬੈਕੁੰਠ ਨਹੀਂ ਜਾਵੇਗਾ, ਕਿਉਂਕਿ ਮੈਲ ਤੇ ਅੰਦਰ ਹੈ ਨਾ, ਤੇ ਬਾਹਰੋਂ ਇਸ਼ਨਾਨ ਕੀਤਿਆਂ ਸਰੀਰ ਦਾ। ਤੇ ਪ੍ਰਮਾਣ ਦਿੰਦੇ ਹਨ ਵੀ ਲੋਕ ਪਤੀਣੇ ਕਛੂ ਨਾ ਹੋਵੇ, ਨਾਹੀ ਰਾਮੇ ਹਨ। ਵੀ ਰਾਮ ਜਿਹੜਾ ਹੈ ਨਾ, ਉਹ ਇਆਣਾ ਨਹੀਂ ਹੈ, ਉਹ ਬੇਸਮਝ ਨਹੀਂ ਹੈ,
ਉਹਨੂੰ ਬੇਸਮਝ ਨਾ ਸਮਝੋ ਵੀ ਬਾਹਰੋਂ ਸਰੀਰ ਦੀ ਮੈਲ ਲਾ ਲਈ, ਇਸ਼ਨਾਨ ਕਰੇ ਤੀਰਥਾਂ ਤੇ ਅੰਦਰੋਂ ਵੀ ਮੈਲ ਉਤਰ ਜਾਵੇਗੀ। ਅੰਦਰੋਂ ਤੇ ਉਹਨਾਂ ਦੀ ਨਹੀਂ ਉਤਰਦੀ ਹੈ ਜਿਹੜੇ ਸਦਾ ਹੀ ਪਾਣੀ ਵਿੱਚ ਰਹਿੰਦੇ ਹਨ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਤੈਸੇ ਓਏ ਨਰ ਫਿਰ ਜੋਨੀ ਆਵੇ। ਬਾਹਰੋਂ ਇਸ਼ਨਾਨ ਕੀਤਿਆਂ ਤੀਰਥਾਂ 'ਤੇ, ਉਸ ਸਮੇਂ ਬੜਾ ਮਹਾਤਮ ਸੀ ਤੀਰਥਾਂ ਦਾ, ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਸਨ। ਅਜੋਕੇ ਸਮੇਂ 'ਚ ਵੀ ਕਰ ਰਹੇ ਹਨ ਬਹੁਤ। ਅਤੇ ਇੱਕ ਹੋਰ ਵੀ ਕਮਾਲ ਦੀ ਗੱਲ, ਧਾਰਮਿਕ ਲੋਕ ਜ਼ਿਆਦਾਤਰ ਸਿੱਖ ਕਹਿੰਦੇ ਹਨ, ਉਹ ਇਹ ਕਹਿੰਦੇ ਹਨ ਵੀ ਪੁਰਾਣੇ ਤੀਰਥਾਂ 'ਤੇ ਲੋਕ ਜਾਂਦੇ ਸਨ, ਇਸ਼ਨਾਨ ਕਰਕੇ ਘਰ ਨੂੰ ਆ ਜਾਂਦੇ ਸਨ, ਪਰ ਸਾਡੇ ਤੀਰਥਾਂ 'ਤੇ ਪਾਠ ਚੱਲਦਾ ਹੈ, ਕੀਰਤਨ ਚੱਲਦਾ ਹੈ, ਅਤੇ ਅਸੀਂ ਉਹ ਵੀ ਸੁਣਦੇ ਹਾਂ ਇਸ਼ਨਾਨ ਕਰਨ ਤੋਂ ਬਾਅਦ। ਇਸ ਕਰਕੇ ਮੈਲ ਲੈਂਦੀ ਹੈ। ਖਿਆਲ ਵਿੱਚ ਰੱਖਿਓ, ਇਹ ਮੈਲ ਬਾਹਰ ਨਹੀਂ ਹੈ, ਅਤੇ ਇਸ਼ਨਾਨ ਕੀਤਿਆਂ ਤੇ ਨਹੀਂ ਲਵੇਗੀ, ਪਰ ਅੰਦਰੋਂ ਵੀ ਐਡੀ ਛੇਤੀ ਥੋੜ੍ਹੀ ਲੈਂਦੀ ਹੈ। ਹੁਣ ਤੀਰਥਾਂ 'ਤੇ ਜਾਂਦੇ ਹੀ ਹਨ ਲੋਕ, ਅਤੇ ਕੀ ਕਰਦੇ ਹਨ ਜਾ ਕੇ, ਤੁਸੀਂ ਦੇਖਿਓ, ਤੁਸੀਂ ਆਪ ਵੀ ਜਾਂਦੇ ਹੋ, ਬਹੁਤਿਆਂ ਨੂੰ ਪਤਾ ਵੀ ਹੈ। ਜਾ ਕੇ ਇਸ਼ਨਾਨ ਕੀਤਾ, ਕੁਛ ਚਿਰ ਬੈਠੇ, ਕੋਈ ਕੀਰਤਨ ਸੁਣਿਆ, ਪਾਠ ਸੁਣਿਆ, ਜਿੰਨਾ ਚਿਰ ਮਨ ਹੈ, ਫਿਰ ਪ੍ਰਸ਼ਾਦਾ ਛਕਿਆ ਅਤੇ ਵਾਪਸ ਘਰ ਨੂੰ ਆ ਗਏ, ਅਤੇ ਵਿਚਾਰ ਉੱਦਾਂ ਹੀ ਚੱਲਦੇ ਰਹਿੰਦੇ ਹਨ। ਅਤੇ ਮਹੀਨੇ ਬਾਅਦ ਗਏ, ਜਾਂ 6 ਮਹੀਨੇ ਗਏ, ਜਾਂ ਹਫ਼ਤੇ ਬਾਅਦ ਗਏ, ਜਾਂ ਰੋਜ਼ ਵੀ ਗਏ, ਅਤੇ ਅੰਦਰ ਤਾਂ ਕੋਈ ਫਰਕ ਨਹੀਂ ਪੈ ਰਿਹਾ ਹੈ। ਜਿਹੜੇ ਰੋਜ਼ ਵੀ ਜਾ ਰਹੇ ਹਨ, ਜਾ ਕੇ ਮੱਥਾ ਟੇਕ ਦਿੰਦੇ ਹਨ, ਪਰਿਕਰਮਾ ਕਰਕੇ ਹੁਕਮਨਾਮਾ ਸੁਣ ਕੇ ਘਰ ਨੂੰ ਆ ਜਾਂਦੇ ਹਨ, ਉਹਨਾਂ ਵੱਲ ਦੇਖੋ, ਅੰਦਰੋਂ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੰਦਰੋਂ ਮੈਲ ਜਿਹੜੀ ਹੈ ਨਾ, ਉਹ ਐਡੀ ਛੇਤੀ ਉਤਰਦੀ ਨਹੀਂ ਹੈ। ਮੈਲ ਕਿਵੇਂ ਉਤਰਦੀ ਹੈ? ਕਹਿੰਦੇ ਸਾਚਾ ਨਹਾਵਣ ਗੁਰ ਕੀ ਸੇਵਾ। ਵਾਸਤਵਿਕ ਦੇ ਵਿੱਚ ਨਹਾਉਣਾ ਜਿਹੜਾ ਹੈ ਨਾ, ਇਸ਼ਨਾਨ, ਉਹ ਗੁਰੂ ਦੀ ਸੇਵਾ ਵਿੱਚ ਹੋਵੇਗਾ। ਇਹ ਬਹੁਤ ਹੀ ਸਮਝਣ ਯੋਗ ਹੈ। ਅਗਰ ਕੋਈ ਇਸ ਗੱਲ ਨੂੰ ਸਮਝ ਲਵੇ ਨਾ, ਤਾਂ ਉਹਦਾ ਇਸ਼ਨਾਨ ਹੋ ਸਕਦਾ ਹੈ। ਸਾਚਾ ਨਹਾਵਣ ਗੁਰ ਕੀ ਸੇਵਾ। ਹੁਣ ਬਾਹਰੋਂ ਨਹਾਤੇ ਤੁਸੀਂ, ਅਤੇ ਇਸ਼ਨਾਨ ਬਾਹਰੋਂ ਹੋ ਗਿਆ, ਸਰੀਰ ਦਾ ਹੋ ਗਿਆ, ਮਲ ਮਲ ਕੇ ਨਹਾਤੇ। ਕਈ ਬੜਾ ਮਲ ਮਲ ਕੇ ਨਹਾਉਂਦੇ ਹਨ, ਸਰੀਰ ਨੂੰ ਚਮਕਾ ਕੇ ਰੱਖਦੇ, ਕਹਿੰਦੇ ਸਫਾਈ ਕਰਦੇ ਅਸੀਂ ਪੂਰੀ। ਅੰਦਰ ਭਾਵੇਂ ਜਿੰਨੀ ਮਰਜ਼ੀ ਮੈਲ ਹੋਵੇ, ਅੰਦਰ ਤਾਂ ਦਿਖਦੀ ਨਹੀਂ। ਨਾਲੇ ਆਪਣੀ ਤਾਂ ਆਦਮੀ ਦੇਖਦਾ ਹੀ ਨਹੀਂ ਮੈਲ, ਦੂਸਰੇ ਦੀ ਬੇਸ਼ੱਕ ਦੇਖ ਲਵੇ, ਦੂਸਰੇ ਦੀ ਬੁਰਿਆਈ ਦਿਖਦੀ ਹੈ, ਆਪਣੀ ਥੋੜ੍ਹੀ ਦਿਖਦੀ, ਪਰ ਗੁਰੂ ਨੂੰ ਦਿਖਦੀ ਹੈ। ਫਿਰ ਗੁਰੂ ਮੈਲ ਲਾਉਂਦਾ ਕਿਵੇਂ ਹੈ? ਜਿਵੇਂ ਤੁਸੀਂ ਧੋਬੀ ਨੂੰ ਕੱਪੜਾ ਦਿੰਦੇ ਹੋ, ਅਤੇ ਧੋਬੀ ਕੀ ਕਰਦਾ ਹੈ? ਸਿਰਫ ਕੱਪੜੇ ਨੂੰ ਪਾਣੀ 'ਚ ਹੀ ਨਹੀਂ ਰੱਖ ਦਿੰਦਾ, ਕੁੱਟ ਕੇ ਉਹਦੀ ਮੈਲ ਕੱਢਦਾ ਹੈ, ਉਹਦੀ ਸਾਫ਼ ਕਰਦਾ ਹੈ। ਗੁਰੂ ਨੂੰ ਧੋਬੀ ਵੀ ਕਿਹਾ ਹੈ, ਕਿਉਂਕਿ ਉਹ ਵੀ ਉਸੇ ਢੰਗ ਦੇ ਨਾਲ ਹੀ ਮੈਲ ਕੱਢਦਾ ਹੈ। ਉਹ ਹੀ ਤਰੀਕਾ ਹੈ ਮੈਲ ਕੱਢਣ ਦਾ। ਉਹ ਚੋਟ ਕਰਦਾ ਹੈ,
ਉਹ ਵਾਰ-ਵਾਰ ਵਰਜਦਾ ਹੈ, ਟੋਕਦਾ ਹੈ। ਤੇ ਧੋਬੀ ਅਗਰ ਪਾਣੀ ਦੇ ਵਿੱਚ ਹੀ ਰਹਿਣ ਦੇਵੇ ਤੇ ਮੈਲ ਉਗਲ ਤੇ ਜਾਂਦੀ ਹੈ। ਪਰ ਬਾਹਰ ਕੱਢ ਕੇ ਕੁੱਟਣਾ ਪੈਂਦਾ ਹੈ, ਤਾਂ ਨਿਕਲਦੀ ਹੈ। ਜਿਵੇਂ ਅਜੋਕੇ ਸਮੇਂ 'ਚ ਮਸ਼ੀਨਾਂ ਆ ਗਈਆਂ ਹਨ, ਮਸ਼ੀਨਾਂ ਘੁਮਾ ਘੁਮਾ ਕੇ ਕੱਪੜੇ ਨੂੰ ਮੈਲ ਕੱਢਦੀਆਂ। ਤੇ ਜਿਹੜਾ ਆਪਣੀ ਚਾਦਰ ਗੁਰੂ ਦੇ ਹਵਾਲੇ ਕਰ ਦਿੰਦਾ ਹੈ, ਜਿਵੇਂ ਕਬੀਰ ਜੀ ਦਾ ਇੱਕ ਸ਼ਬਦ ਹੈ ਨਾ, ਵੀ ਜੈਸੀ ਸੀ ਤੈਸੀ ਧਰ ਦੀਨੀ ਚਦਰੀਆ, ਵੀ ਜਿਸ ਤਰ੍ਹਾਂ ਦੀ ਪ੍ਰਮਾਤਮਾ ਨੇ ਮੈਨੂੰ ਚਾਦਰ ਦਿੱਤੀ ਸੀ ਵੈਸੇ ਹੀ ਮੈਂ ਸਾਫ਼ ਕਰ ਦਿੱਤੀ, ਵੈਸੇ ਹੀ ਸਾਫ਼ ਹੋਊਗੀ ਗੁਰੂ ਦੀ ਕਿਰਪਾ ਨਾਲ। ਤਾਂ ਉਹਨਾਂ ਨੇ ਚਾਦਰ ਦਿੱਤੀ ਗੁਰੂ ਨੂੰ, ਤੇ ਜਿਹੜਾ ਗੁਰੂ ਨੂੰ ਦਿੰਦਾ ਹੈ ਚਾਦਰ, ਚਾਦਰ ਕੀ ਹੈ? ਮਨ ਹੀ ਮੈਲਾ ਹੈ ਨਾ। ਤੋ ਮੈਲ ਨੂੰ ਲਾਉਣ ਵਾਸਤੇ ਕੀ ਹੋਵੇਗਾ? ਫਿਰ ਚੋਟ ਹੋਵੇਗੀ। ਤੇ ਇੱਥੇ ਇੱਕ ਗੱਲ ਹੋਰ ਵੀ ਕਹੀ ਹੈ, ਕਹਿੰਦੇ ਪੂਜੋ ਰਾਮ ਏਕ ਹੀ ਦੇਵਾ। ਗੁਰੂ ਦੀ ਪੂਜਾ ਨਹੀਂ ਕਰਨੀ ਹੈ। ਗੁਰੂ ਕਹਿੰਦਾ ਵੀ ਨਹੀਂ ਹੈ ਮੇਰੀ ਪੂਜਾ ਕਰੋ। ਜਿਹੜਾ ਗੁਰੂ ਪੂਜਾ ਕਰਾਉਂਦਾ ਹੈ ਉਹ ਗੁਰੂ ਹੀ ਨਹੀਂ ਹੈ। ਗੁਰੂ ਤੇ ਰਾਮ ਨਾਲ ਜੋੜਦਾ ਹੈ। ਕਹਿੰਦਾ ਰਾਮ ਦੀ ਪੂਜਾ ਕਰਨੀ, ਰਾਮ ਦਾ ਚਿੰਤਨ ਕਰਨਾ, ਰਾਮ ਦਾ ਸਿਮਰਨ ਕਰਨਾ। ਹਾਂ, ਸਿਮਰਨ ਕਰਨ ਦੇ ਯੋਗ ਬਣਾਉਂਦਾ ਹੈ। ਤੇ ਉਹ ਮੈਲ ਕੱਟਦਾ ਹੈ। ਜਿਵੇਂ ਮੈਂ ਕਿਹਾ ਨਾ ਵੀ ਪੁਰਾਣੇ ਸਮਿਆਂ ਦੇ ਵਿੱਚ ਧੋਬੀ ਕੁੱਟਦੇ ਹੁੰਦੇ ਸਨ ਕੱਪੜਿਆਂ ਨੂੰ ਥਾਪੀਆਂ ਦੇ ਨਾਲ, ਪਟਰੇ ਦੇ ਉੱਪਰ ਮਾਰ ਮਾਰ ਕੇ। ਤੇ ਅਜੋਕੇ ਸਮੇਂ 'ਚ ਮਸ਼ੀਨਾਂ ਆ ਗਈਆਂ ਹਨ, ਉਹ ਘੁਮਾ ਘੁਮਾ ਕੇ ਮੈਲ ਨੂੰ ਕੱਢਦੀਆਂ ਹਨ। ਇਵੇਂ ਹੀ ਪੁਰਾਣੇ ਸਮਿਆਂ ਦੇ ਵਿੱਚ ਜਿਨ੍ਹਾਂ ਦੀ ਮੈਲ ਕੱਢਣੀ ਸੀ ਉਹ ਕੋਲ ਹੁੰਦੇ ਸਨ। ਤੇ ਸ਼ਬਦਾਂ ਦੀ ਚੋਟ ਦੁਆਰਾ ਉਹਨਾਂ ਦੇ ਅੰਦਰੋਂ ਮੈਲ ਕੱਢੀ ਜਾਂਦੀ ਸੀ। ਤੇ ਅਜੋਕੇ ਸਮੇਂ ਦੇ ਵਿੱਚ ਕੰਮ ਹੋ ਹੀ ਹੈ, ਮੈਲ ਤੇ ਕੱਢਣੀ ਹੀ ਹੈ। ਚੋਟ ਤੇ ਕੀਤੀ ਜਾਵੇਗੀ, ਪਰ ਦੂਰੋਂ ਚੋਟ ਕੀਤੀ ਜਾ ਰਹੀ ਹੈ। ਸਮਾਂ ਬਦਲ ਗਿਆ ਹੈ ਨਾ। ਅਕਸਰ ਮੈਂ ਕਹਿੰਦਾ ਹੁੰਦਾ, ਜਦੋਂ ਸਮਾਂ ਬਦਲ ਜਾਂਦਾ ਹੈ ਤੇ ਸਮੇਂ ਦੇ ਆਧਾਰ 'ਤੇ ਸਮੇਂ ਦਾ ਹੀ ਉਪਯੋਗ ਕਰਕੇ ਉਪਦੇਸ਼ ਦਿੱਤਾ ਜਾਂਦਾ ਹੈ। ਅਤੇ ਅਜੋਕੇ ਸਮੇਂ 'ਚ ਆਹ ਮੀਡੀਆ, ਸੋਸ਼ਲ ਮੀਡੀਆ ਦੁਆਰਾ ਦੂਰ ਤੋਂ ਹੀ ਸ਼ਬਦ ਦੀ ਚੋਟ ਹੋ ਸਕਦੀ ਹੈ। ਹਾਂ, ਉਦੋਂ ਜਿਹੜੇ ਸਾਹਮਣੇ ਬੈਠੇ ਸਨ ਤੇ ਕਈਆਂ 'ਤੇ ਉਹਨਾਂ 'ਤੇ ਵੀ ਚੋਟ ਨਹੀਂ ਸੀ ਹੁੰਦੀ, ਕਿਉਂਕਿ ਗੁਰੂ ਵੱਲ ਉਨਮੁਖ ਨਹੀਂ ਸਨ ਹੁੰਦੇ, ਜਿਹੜੇ ਸਨਮੁਖ ਨਹੀਂ ਸਨ ਹੁੰਦੇ, ਸਾਹਮਣੇ ਨਹੀਂ ਸਨ ਹੁੰਦੇ, ਹਿਰਦਾ ਖੋਲ੍ਹਦੇ ਨਹੀਂ ਸਨ, ਝੁਕਦੇ ਨਹੀਂ ਸਨ, ਉਹਨਾਂ 'ਤੇ ਨਹੀਂ ਸੀ ਹੁੰਦੀ। ਭਾਵੇਂ ਸਾਹਮਣੇ ਕੋਲੇ ਵੀ ਰਹੀ ਜਾਂਦੇ ਸਨ, ਬਹੁਤ ਸਨ ਐਸੇ ਗੁਰੂਆਂ ਦੇ ਕੋਲ, ਪ੍ਰਿਥੀ ਚੰਦ ਵਰਗੇ। ਤੇ ਇਹ ਚੋਟ ਦੂਰ ਵੀ ਹੋ ਸਕਦੀ ਹੈ ਅਗਰ ਪ੍ਰੇਮ ਹੋਵੇ, ਭਾਵਨਾ ਹੋਵੇ, ਕੋਈ ਉਨਮੁਖ ਹੋਵੇ, ਤੇ ਦੂਰੋਂ ਵੀ ਚੋਟ ਕਰਕੇ ਮੈਲ ਨਿਕਲਦੀ ਹੈ। ਪਰ ਸੇਵਾ ਦਾ ਅਰਥ ਸਿਰਫ ਇਹੋ ਹੀ ਨਹੀਂ ਹੈ ਵੀ ਕੋਈ ਕੋਲੇ ਰਹਿ ਕੇ ਸੇਵਾ ਕਰ ਰਿਹਾ ਹੈ ਤੇ ਉਹੋ ਹੀ ਸੇਵਾ ਹੈ। ਨਹੀਂ,
ਆਗਿਆ ਸਮ ਨਹੀਂ ਸਾਹਿਬ ਸੇਵਾ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਓ। ਜੋ ਕਿਹਾ ਹੈ ਉਹ ਕਰਨਾ, ਉਹ ਹੀ ਸੇਵਾ ਹੈ, ਉਹ ਹੀ ਸੇਵਾ ਹੈ। ਜੋ ਕੀਤਾ ਹੈ ਗੁਰੂਆਂ ਨੇ ਉਹ ਨਹੀਂ ਕਰਨਾ ਹੈ, ਜਾਂ ਜੋ ਕਰ ਰਹੇ ਹਨ ਉਹ ਨਹੀਂ ਕਰਨਾ ਹੈ। ਉਹਨਾਂ ਦੇ ਕੰਮਾਂ ਵੱਲ ਨਹੀਂ ਦੇਖਣਾ ਹੈ ਕਿ ਉਹ ਕੀ ਕਰ ਰਹੇ ਹਨ, ਕੀ ਕੀਤਾ ਹੈ ਉਹਨਾਂ ਨੇ। ਨਹੀਂ, ਜੋ ਕਹਿ ਰਹੇ ਹਨ ਉਹ ਵਾਸਤਵਿਕ ਦੇ ਵਿੱਚ ਹੈ। ਤੋ ਮੈਲ ਕਿਵੇਂ ਨਿਕਲਦੀ ਹੈ, ਕਿਹੜੇ ਕੱਪੜੇ ਦੀ ਕਿਵੇਂ ਮੈਲ ਨਿਕਲੇਗੀ। ਜਿਵੇਂ ਮਾਈਆਂ ਜਾਣਦੀਆਂ ਹਨ ਨਾ, ਇਸਤਰੀਆਂ ਲਹਿਦਾ ਲਹਿਦਾ ਕੱਪੜੇ ਦੇ ਵਿੱਚ ਲਹਿਦਾ ਲਹਿਦਾ ਸਰਫ ਪਾਉਂਦੀਆਂ ਹਨ, ਸਾਬਣ ਪਾਉਂਦੀਆਂ ਹਨ। ਅਜੋਕੇ ਸਮੇਂ ਦੇ ਵਿੱਚ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਮੈਲ ਕੱਢਣ ਵਾਲੇ ਕੈਮੀਕਲ ਹਨ ਅਤੇ ਉਹਨਾਂ ਦਾ ਉਪਯੋਗ ਕਰਦੀਆਂ ਹਨ। ਕਿਹੜੇ ਢੰਗ ਦੇ ਨਾਲ ਧੋਣਾ, ਕਿਸੇ ਨੂੰ ਗਰਮ ਪਾਣੀ ਦੇ ਨਾਲ, ਕਿਸੇ ਨੂੰ ਠੰਡੇ ਨਾਲ, ਉਹਨਾਂ ਨੂੰ ਪਤਾ ਹੈ। ਇੱਦਾਂ ਹੀ ਜਿਹਨੇ ਆਪਣੀ ਮੈਲ ਲਾਈ ਹੈ ਜਾਂ ਜਿਹਦੀ ਮੈਲ ਅੰਦਰੋਂ ਲੈ ਗਈ ਹੈ, ਉਹਨੂੰ ਪਤਾ ਹੈ ਵੀ ਕਿਹੜੇ ਢੰਗ ਦੇ ਨਾਲ ਲਈ ਹੈ, ਕਿੱਦਾਂ ਇਹ ਕੱਪੜਾ ਧੋਤਾ ਸੀ, ਕਿਹਦੇ ਕੋਲ ਧਵਾਇਆ ਸੀ, ਕਿੰਨੇ ਧੋਤਾ ਸੀ ਅਤੇ ਕਿਵੇਂ ਧੋਤਾ ਸੀ। ਤੋ ਫਿਰ ਅੱਗੇ ਤਰੀਕਾ ਦੱਸਦਾ ਹੈ ਵੀ ਇਉਂ ਤੁਸੀਂ ਵੀ ਧੋ ਸਕਦੇ ਹੋ, ਇਉਂ ਧੋਤਾ ਜਾ ਸਕਦਾ ਹੈ, ਪਰ ਕੱਪੜਾ ਦੇਣਾ ਪਵੇਗਾ, ਚਾਦਰ ਦੇਣੀ ਪਵੇਗੀ। ਮਨ ਦੇ ਰਾਮ ਲਿਆ ਹੈ ਮੂਲ, ਦਿਓਗੇ ਮਨ ਨੂੰ ਤਾਂ ਹੀ ਮਨ ਸਾਫ਼ ਹੋਵੇਗਾ। ਭੇਟ ਕਰਨਾ ਪੈਂਦਾ ਹੈ ਅਤੇ ਫਿਰ ਤੇ ਸਾਫ਼ ਹੋ ਜਾਂਦਾ ਹੈ। ਪਰ ਜਿਹੜੇ ਨਹੀਂ ਭੇਟ ਕਰਦੇ ਹਨ ਉਹਨਾਂ ਦਾ